ਪੰਜਾਬ ਦੇ ਵਿੱਚ ਐਸਆਈਆਰ ਦਾ ਪਹਿਲਾ ਪੜਾਅ ਪੂਰਾ। ਕਿਹੜੇ ਵੋਟਰਾਂ ਦੀ ਵੋਟ ਕੱਟੇ ਜਾਣ ਦਾ ਖਤਰਾ। ਹੁਣ ਅੱਗੇ ਕੀ ਹੋਏਗਾ, ਅਹਿਮ ਗੱਲਾਂ ਜਾਣੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਫਤਿਹ ਮੀਡੀਆ 5 ਦੀ ਖਾਸ ਰਿਪੋਰਟ। ਮੈਂ ਹਰੂਹੀ ਗਰੋਵਰ। ਪੰਜਾਬ ਦੇ ਵਿੱਚ ਐਸਆਈਆਰ ਦੀ ਪ੍ਰਕਿਰਿਆ 25 ਜੂਨ ਨੂੰ ਸ਼ੁਰੂ ਹੋਈ ਸੀ ਤੇ 13 ਅਗਸਤ ਨੂੰ ਡਰਾਫਟ ਰੋਲ ਪ੍ਰਕਾਸ਼ਿਤ ਹੋਵੇਗਾ, ਜਿਸ ਬਾਰੇ ਇਤਰਾਜ਼ ਪ੍ਰਗਟ ਕੀਤੇ ਜਾ ਸਕਦੇ ਨੇ। फाइनल वोटर लिस्ट 12 अक्तूबर 2026 ਨੂੰ ਪ੍ਰਕਾਸ਼ਿਤ ਹੋਏਗੀ। ਚੋਣ ਕਮਿਸ਼ਨ ਮੁਤਾਬਿਕ 1,93,91,408 ਵੋਟਰਾਂ ਦੇ ਇਨਮਰੇਸ਼ਨ ਫਾਰਮ ਭਰ ਕੇ ਵਾਪਸ ਆਏ ਨੇ। ਇਹ ਕੁੱਲ ਵੋਟਰਾਂ ਦਾ 90.37% ਬਣਦਾ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਸ ਵੇਲੇ ਰੋਲ ਫ੍ਰੀਜ਼ ਕੀਤਾ ਗਿਆ ਸੀ ਉਸ ਦਿਨ 2,14,61,043 ਵੋਟਾਂ ਸਨ। ਇਹਨਾਂ ਵਿੱਚੋਂ 9.36% ਇਨਮਰੇਸ਼ਨ ਫਾਰਮ ਵੱਖ-ਵੱਖ ਕਾਰਨਾਂ ਕਰਕੇ ਵਾਪਸ ਨਹੀਂ ਆਏ ਨੇ। ਪਹਿਲੀ ਸ਼੍ਰੇਣੀ ਉਹਨਾਂ ਵੋਟਰਾਂ ਦੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵੋਟਰਾਂ ਦੀ ਗਿਣਤੀ 5,74,568 ਹੈ। ਦੂਜੀ ਸ਼੍ਰੇਣੀ ਹੈ ਡੁਪਲੀਕੇਟ ਵੋਟਰਾਂ ਦੀ, ਜਿਨ੍ਹਾਂ ਦੀਆਂ ਦੋ ਐਂਟਰੀਆਂ ਨੇ। ਅਜਿਹੇ ਵੋਟਰਾਂ ਦੀ ਗਿਣਤੀ 1,19,145 ਹੈ। ਉਹਨਾਂ ਅੱਗੇ ਦੱਸਿਆ ਕਿ 9,44,131 ਲੋਕ ਅਜਿਹੇ ਸਨ ਜਿਹੜੇ ਕਿ ਪੱਕੇ ਤੌਰ ਉੱਤੇ ਸ਼ਿਫਟ ਹੋ ਗਏ ਸਨ। ਇਸ ਤੋਂ ਇਲਾਵਾ 4,12,715 ਵੋਟਰ ਅਜਿਹੇ ਸਨ ਜਿਨ੍ਹਾਂ ਦੀ ਵੋਟਰ ਐਂਟਰੀ ਮਿਲੀ, ਪਰ 3 ਵਾਰ ਘਰ ਜਾਣ ਤੋਂ ਬਾਅਦ ਵੀ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਦੱਸਿਆ ਕਿ ਅਜਿਹੇ ਵੋਟਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਵੋਟ ਹੋਣੀ ਚਾਹੀਦੀ ਸੀ ਤੇ ਜਿਨ੍ਹਾਂ ਨੂੰ ਗੈਰ ਹਾਜ਼ਰ ਜਾਂ ਅਨਟ੍ਰੇਸੇਬਲ ਵਿੱਚ ਪਾਇਆ ਗਿਆ ਸੀ, ਉਹਨਾਂ ਦੇ ਕੋਲ ਇੱਕ ਹੋਰ ਮੌਕਾ ਹੈ। ਇਹ ਲੋਕ 13 ਅਗਸਤ ਤੋਂ ਲੈ ਕੇ 12 ਸਤੰਬਰ ਤੱਕ ਫਾਰਮ ਨੰਬਰ 6 ਭਰ ਸਕਦੇ ਨੇ ਤੇ ਆਪਣੇ ਇਲੈਕਟੋਰਲ ਰਜਿਸਟ੍ਰੇਸ਼ਨ ਅਫਸਰ ਕੋਲ ਇਹ ਦਾਅਵਾ ਦੇ ਸਕਦੇ ਨੇ। ਮੁੱਖ ਚੋਣ ਅਫਸਰ ਨੇ ਕਿਹਾ ਕਿ ਉਹਨਾਂ ਦੀ ਇਹੀ ਕੋਸ਼ਿਸ਼ ਰਹੀ ਹੈ ਕਿ ਕੋਈ ਵੀ ਸਹੀ ਚੋਣਕਰਤਾ ਡਰਾਫਟ ਰੋਲ ਦੇ ਵਿੱਚੋਂ ਬਾਹਰ ਨਾ ਰਹਿ ਜਾਏ ਤੇ ਕੋਈ ਵੀ ਗਲਤ ਐਂਟਰੀ ਉਸ ਵਿੱਚ ਨਾ ਰਹਿ ਜਾਏ। ਪਹਿਲੇ ਪੜਾਅ ਦੀ ਪ੍ਰਕਿਰਿਆ ਦੇ ਵਿੱਚ 24,000 ਤੋਂ ਵੱਧ BLOs, 2500 ਤੋਂ ਵੱਧ ਸੁਪਰਵਾਈਜ਼ਰਾਂ, 800 ਤੋਂ ਵੱਧ AROs, 117 EROs ਤੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਕੰਮ ਕੀਤਾ। ਇਸ ਵਿੱਚ ਸਿਆਸੀ ਪਾਰਟੀਆਂ ਨੇ ਵੀ ਭੂਮਿਕਾ ਅਦਾ ਕੀਤੀ। ਪੋਲਿੰਗ ਬੂਥਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਬੂਥਾਂ ਦੀ ਚੈਕਿੰਗ ਵੀ ਕਰਵਾਈ ਗਈ ਤੇ ਇਹਨਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਕੀਤਾ ਗਿਆ। 24,453 ਬੂਥ ਪਹਿਲਾਂ ਸਨ ਤੇ ਹੁਣ 879 ਬੂਥ ਵਧੇ ਨੇ। ਆਉਣ ਵਾਲੀਆਂ ਚੋਣਾਂ ਦੇ ਵਿੱਚ 25,332 ਬੂਥਾਂ ਉੱਤੇ ਪੋਲਿੰਗ ਹੋਏਗੀ। ਹੁਣ ਅੱਗੇ ਕੀ ਹੋਏਗਾ? ਮੁੱਖ ਚੋਣ ਅਫਸਰ ਨੇ ਦੱਸਿਆ ਕਿ ਹੁਣ 13 ਅਗਸਤ ਨੂੰ ਡਰਾਫਟ ਰੋਲ ਪ੍ਰਕਾਸ਼ਿਤ ਕੀਤਾ ਜਾਏਗਾ, ਜਿਸ ਨੂੰ ਕਿ ਸਿਆਸੀ ਪਾਰਟੀਆਂ ਨਾਲ ਵੀ ਸਾਂਝਾ ਕੀਤਾ ਜਾਏਗਾ। ਇਸ ਤੋਂ ਬਾਅਦ ਅਸੀਂ 16 ਅਗਸਤ ਨੂੰ ਬੂਥ ਲੈਵਲ ਅਫਸਰ ਨੂੰ ਇਹ ਹਦਾਇਤ ਕਰਾਂਗੇ ਕਿ ਉਹ ਡਰਾਫਟ ਰੋਲ ਲੈ ਕੇ ਪੋਲਿੰਗ ਬੂਥ ਉੱਤੇ ਬੈਠਣ ਤੇ ਲੋਕ ਆ ਕੇ ਆਪਣਾ ਨਾਮ ਉਸ ਵਿੱਚ ਚੈੱਕ ਕਰ ਸਕਣ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਰਹਿ ਗਿਆ ਹੈ ਤਾਂ ਉਹ 6 ਨੰਬਰ ਫਾਰਮ ਰਾਹੀਂ 13 ਅਗਸਤ ਤੋਂ 12 ਸਤੰਬਰ ਤੱਕ ਇਤਰਾਜ਼ ਤੇ ਦਾਅਵਾ ਪਾ ਸਕਦੇ ਨੇ। ਅਨੰਦਿਤਾ ਮਿਤਰਾ ਨੇ ਦੱਸਿਆ ਕਿ ਇਸ ਦੌਰਾਨ ਨੋਟਿਸ ਫੇਜ਼ ਵੀ ਚੱਲੇਗਾ। ਉਹਨਾਂ ਕਰੀਬ 12 ਲੱਖ ਵੋਟਰਾਂ ਨੂੰ ਨੋਟਿਸ ਦਿੱਤੇ ਜਾਣਗੇ ਜਿਨ੍ਹਾਂ ਦੀ ਮੈਪਿੰਗ ਨਹੀਂ ਮਿਲੀ। ਉਹਨਾਂ ਕੋਲੋਂ ਲੋੜੀਂਦੇ ਦਸਤਾਵੇਜ਼ ਮੰਗੇ ਜਾਣਗੇ। ਐਸਆਈਆਰ ਕੀ ਹੈ ਤੇ ਕਿਵੇਂ ਹੁੰਦਾ ਹੈ? ਦਾਜ਼ੀ ਐਸਆਈਆਰ ਯਾਨੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ, ਇਸ ਦਾ ਸੌਖੇ ਸ਼ਬਦਾਂ ਵਿੱਚ ਮਤਲਬ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕਰਨਾ। ਇਸ ਦੇ ਲਈ ਘਰ ਜਾ ਕੇ ਨਾਗਰਿਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਵੈਧ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਉਹਨਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਐਸਆਈਆਰ 2 ਤਰੀਕੇ ਨਾਲ ਹੋਵੇਗਾ। ਪਹਿਲਾ ਬੂਥ ਲੈਵਲ ਅਫਸਰ ਘਰ ਜਾ ਕੇ ਮਤਦਾਤਾ ਦੀ ਜਾਣਕਾਰੀ ਤੇ ਦਸਤਾਵੇਜ਼ ਇਕੱਠਾ ਕਰਨਗੇ। ਦੂਜਾ, ਕੋਈ ਵੀ ਵਿਅਕਤੀ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਜਾ ਕੇ ਇਹ ਫਾਰਮ ਡਾਊਨਲੋਡ ਕਰਕੇ ਭਰ ਸਕਦਾ ਹੈ। ਸੁਪਰੀਮ ਕੋਰਟ ਦਾ ਐਸਆਈਆਰ ਬਾਰੇ ਵੱਡਾ ਫੈਸਲਾ ਸਾਹਮਣੇ ਆਇਆ। ਐਸਆਈਆਰ ਦੀ ਪ੍ਰਕਿਰਿਆ ਨੂੰ ਸੰਵਿਧਾਨਕ ਮਾਨਤਾ ਦਿੱਤੀ। ਨਾਗਰਿਕਤਾ ਬਾਰੇ ਕੀ ਕਿਹਾ? ਦੱਸਦੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਵੱਲੋਂ ਕਰਵਾਏ ਗਏ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਸੰਵਿਧਾਨਕ ਮਾਨਤਾ ਦਿੱਤੀ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਕੋਲ ਸੰਵਿਧਾਨ ਦੀ ਧਾਰਾ 324 ਤੇ ਲੋਕ ਪ੍ਰਤੀਨਿਧਤਾ ਐਕਟ 1950 ਤੇ ਉਸ ਦੇ ਤਹਿਤ ਬਣੇ ਨਿਯਮਾਂ ਦੇ ਮੁਤਾਬਿਕ ਐਸਆਈਆਰ ਕਰਨ ਦਾ ਅਧਿਕਾਰ ਹੈ। ਚੀਫ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਵਿੱਚ ਐਸਆਈਆਰ ਕਰਾਉਣ ਲਈ ਪਿਛਲੇ ਜੂਨ ਵਿੱਚ ਜਾਰੀ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਇੱਕ ਸਮੂਹ ਦੇ ਜਵਾਬ ਵਿੱਚ ਇਹ ਫੈਸਲਾ ਸੁਣਾਇਆ ਹੈ। ਲਾਈਵ ਲਾਅ ਦੇ ਮੁਤਾਬਿਕ ਅਦਾਲਤ ਨੇ ਮੰਨਿਆ ਕਿ ਐਸਆਈਆਰ ਪ੍ਰਕਿਰਿਆ ਦਾ ਉਦੇਸ਼ ਸੁਤੰਤਰ ਤੇ ਨਿਰਪੱਖ ਚੋਣਾਂ ਦੀ ਸਹੂਲਤ ਦੇਣਾ ਹੈ। ਫੈਸਲਾ ਸੁਣਾਉਂਦੇ ਹੋਏ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਕਾਨੂੰਨ ਖੁਦ ਇਹ ਕਹਿੰਦਾ ਹੈ ਕਿ ਚੋਣ ਕਮਿਸ਼ਨ ਕਿਸੇ ਵੀ ਸਮੇਂ ਦਰਜ ਕਰਕੇ ਵੋਟਰ ਸੂਚੀਆਂ ਵਿੱਚ ਸੋਧ ਬਦਲਾਅ ਕਰ ਸਕਦਾ ਹੈ। ਨਤੀਜੇ ਵਜੋਂ ਇਸ ਨੂੰ ਗੈਰ ਕਾਨੂੰਨੀ ਨਹੀਂ ਮੰਨਿਆ ਜਾ ਸਕਦਾ, ਖਾਸ ਕਰਕੇ ਸਿਰਫ ਇਸ ਆਧਾਰ ਤੇ ਕਿ ਇਹ ਮਿਆਰੀ ਸੋਧ ਪ੍ਰਕਿਰਿਆ ਤੋਂ ਵੱਖਰਾ ਹੈ।
ਉਹਨਾਂ ਅੱਗੇ ਕਿਹਾ ਕਿ ਸਾਡੇ ਵਿਚਾਰ ਦੇ ਵਿੱਚ ਇਹ ਐਸਆਈਆਰ ਵਿਧੀ ਲੋਕ ਪ੍ਰਤੀਨਿਧਤਾ ਐਕਟ ਨੂੰ ਕਮਜ਼ੋਰ ਨਹੀਂ ਕਰਦੀ, ਸਗੋਂ ਇਹ ਸੰਵਿਧਾਨ ਦੀ ਧਾਰਾ 324 ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਦੀ ਹੈ। ਇਸ ਕਰਕੇ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਕਮਿਸ਼ਨ ਨੇ ਆਪਣੇ ਕਾਨੂੰਨੀ ਅਧਿਕਾਰ ਤੋਂ ਵੱਧ ਕੰਮ ਕੀਤਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਪਟੀਸ਼ਨਾਂ ਪਿਛਲੇ ਸਾਲ ਜੂਨ ਦੇ ਵਿੱਚ ਦਾਇਰ ਕੀਤੀਆਂ ਗਈਆਂ ਤੇ ਜਦੋਂ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਐਸਆਈਆਰ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਪਟੀਸ਼ਨ ਕਰਤਾਵਾਂ ਦੇ ਵਿੱਚ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ADR, स्वराज इंडिया के मुखी योगेंद्र यादव, TMC संसद मैंबर महुआ मोइत्रा, RJD संसद मैंबर मनोज झा, कांग्रेस संसद मैंबर KC वेणुगोपाल ते NCP संसद मैंबर सुप्रिया सुले शामिल ने। हालांकि अदालत ने कहा कि SIR का प्रभाव सिर्फ इस गल तक सीमित होएगा कि कोई व्यक्ति चोण प्रक्रिया दे विच हिस्सा लैण दे योग है जां फिर नहीं। नागरिकता के दाव्यां दे संबंध विच चोण कमीशन नूं अजिहे मामले नूं समर्थ अधिकारी कोल भेजना होएगा। नागरिकता के संबंध विच अदालत ने कहा कि कमीशन नागरिकता की जांच सिर्फ इस सीमित उद्देश लई कर सकदा है कि किसी व्यक्ति नूं वोटर लिस्ट विच शामिल किया जाना चाहिए जां फिर नहीं। अजिही जांच नागरिकता तय करने के बराबर नहीं होएगी। सिट्टे वजों वोटर सूचिया विचों किसी व्यक्ति का नाम हटाउण दा मतलब ये नहीं है कि वह नागरिक नहीं ने। अदालत ने कहा कि कमीशन का फैसला जो कि चोण उद्देशों तक सीमित है, नागरिकता के सवाल के उत्ते अंतम नहीं मन्निया जा सकता। इस करके इस आधार ते कीते गए किसी भी नाम नूं हटाउणा समर्थ अधिकारी वल्लों दिते गए फैसले के नतीजे ते निर्भर करेगा। अदालत ने कहा कि जेकर किसी व्यक्ति का नाम इस आधार ते हटा दिता गया है कि वह नागरिक नहीं है, तो चोण कमीशन नूं अजिहे मामलिਆਂ नूं नागरिकता एक्ट 1955 के उपबंधां के तहत समर्थ अधिकारी कोल भेजना होएगा तां जो उन्हां दे नागरिकता के दाव्यां बारे फैसला लिया जा सके। चीफ जस्टिस ने खुली अदालत में फैसला सुनाते हुए कहा कि चोण कमीशन नूं संविधान के अनुच्छेद 324 तहत यह अधिकार है कि वोटर लिस्ट के विच नाम शामिल करने की नागरिकता की जांच करे। हालांकि अदालत ने स्पष्ट किया कि यह जांच किसी भी व्यक्ति की नागरिकता ते अंतिम फैसला नहीं मन्नी जाएगी। जे चोण कमीशन नूं लगे कि किसी व्यक्ति के कोल लोड़ींदे दस्तावेज नहीं हैं तां ओह जांच विच सफल नहीं होया है तां ओह मामला नागरिकता कानून तहत अंतिम फैसले लिए केंद्र सरकार की समर्थ अथॉरिटी कोल भेज सकदा है। सुप्रीम कोर्ट ने कहा कि हालांकि SIR ने रिप्रजेंटेशन ऑफ द पीपल एक्ट ते रजिस्ट्रेशन ऑफ इलैक्टर्स रूल्स तहत वोटर सूची सोध की आम प्रक्रिया दीआं हद्दां नूं कुछ हद तक वधाया है, पर सिर्फ इसे आधार ते इसनूं असंविधानक नहीं करार दिता जा सकदा। अदालत ने मन्निया कि प्रक्रिया एक असाधारण स्थिति विच कीती गई सी, पर इसनूं अधिकार खेतर तो बाहर नहीं किया गया। कोर्ट ने कहा कि वोटर सूची सोध नाल जुड़े प्रक्रियात्मक सुरक्षा उपावां की पालना की गई। इस मामले विच एसोसीएशन फॉर डेमोक्रेटिक रिफॉर्म्स भी पटीशन करता सी, उस वालों प्रशांत भूषण ते नेहा राठी पेश हुए सन। इन्हां दी उस दलील नूं भी सुप्रीम कोर्ट ने खारिज कर दिता कि SIR ने नागरिकता साबित करने का बोझ वोटरां ते पा दिता। हालांकि कोर्ट ने यह भी दोहराया कि SIR दे विच स्वीकार किए जाने वाले दस्तावेजों की चोण विच संतुलन बनाए रखना जरूरी होएगा। न्यायपालिका दे लई काला दिन सुप्रीम कोर्ट के फैसले ते काफ़ी प्रतिक्रिया आ रही है। प्रशांत भूषण ने इस फैसले नूं भारत की न्यायपालिका दे लई काला दिन क्या है। प्रशांत भूषण ने एक्स के उत्ते लिखा है कि सुप्रीम कोर्ट ने आखिरकार SIR प्रक्रिया नूं सही ठहराउण वाला फैसला सुना दिता। कई सूबियां दे विच चोणां होण दे महीनों बाद यह फैसला सुनाया गया जिथे इसे SIR के आधार पर चोणां करवाईयां गईयां सन। पूरी प्रक्रिया एक पक्षपाती चोण कमीशन ने चलाई जिस विच 10% तो वध वोटरां दे नाम हटाए गए ते वह भी बहुत अपारदर्शी तरीके नाल। यह फैसला भारतीय न्यायपालिका लई एक काला दिन है। मशहूर राजनीतिक टिप्पणीकार ते SIR का विरोध करते रहे योगेंद्र यादव ने एक्स के उत्ते लिखा कि मैं अज SIR मामले में सुप्रीम कोर्ट का फैसला सुनने लई नहीं गया। इस मामले में एक पटीशन करता होने के नाते ते अदालत में बहस करने का मौका मिलने के बावजूद मैनू उम्मीद बेचैनी या घट्टो घट्ट जिग्यासा होनी चाहिए सी, पर अजिहा कुछ नहीं सी। यह मामला बहुत पहला ही तय हो चुका सी। हुण सिर्फ फैसले की भाषा ते उस दीआं बरीकियां का इंतजार सी। यादव ने लिखा, मेरे मुताबिक इस मामले की दिशा पिछले साल अगस्त के विच ही तय हो गई सी। 3 दिन तक SIR के खिलाफ दलीलां सुनने तो बाद अदालत ने उस दी संविधानक वैधता की जांच तो ध्यान हटा के खुद नूं लगभग एक कंज्यूमर फोरम दे विच बदल लिया जिथे संविधानक सिद्धांतां की थां शिकायत निवारण ते प्रशासकी मध्यस्थता ते जोर सी। असल विच मामला उसे दिन तय हो गया सी जदों सर्वोच्च अदालत ने चोण कमीशन नूं बिहार चोणां अगे वधाउण दी इजाजत दे दित्ती। बिना पहला इस मामले ते फैसला सुनाए ते बिना ये यकीनी बनाए कि SIR तो बाद वोटर लिस्ट विच आईयां गंभीर खामियां नूं सुधारिया जावे।
ਇਸ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਨੇ ਐਸਆਈਆਰ ਦਾ ਦੂਜਾ ਤੇ ਤੀਜਾ ਪੜਾਅ ਸ਼ੁਰੂ ਕਰ ਦਿੱਤਾ ਤੇ ਅਦਾਲਤ ਆਰਾਮ ਨਾਲ ਉਸ ਦੀ ਸੰਵਿਧਾਨਿਕਤਾ ਤੇ ਬਹਿਸ ਸੁਣਦੀ ਰਹੀ, ਉਦੋਂ ਐਸਆਈਆਰ ਇੱਕ ਅਟਲ ਹਕੀਕਤ ਬਣ ਚੁੱਕਿਆ ਸੀ। ਯੋਗੇਂਦਰ ਯਾਦਵ ਨੇ ਲਿਖਿਆ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਹੁਣ ਲੱਖਾਂ ਨਾਗਰਿਕਾਂ ਨੂੰ ਵੋਟ ਅਧਿਕਾਰ ਤੋਂ ਵਾਂਝੇ ਕੀਤੇ ਜਾਣ ਨੂੰ ਵੈਧਤਾ ਦੇ ਦਿੱਤੀ ਹੈ। ਹੁਣ ਤੱਕ ਘੱਟੋ-ਘੱਟ 5.9 ਕਰੋੜ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਨੇ। ਇਹ ਗਿਣਤੀ ਅੱਗੇ ਚੱਲ ਕੇ 10 ਕਰੋੜ ਤੱਕ ਪਹੁੰਚ ਸਕਦੀ ਹੈ। ਇਹ ਕਲਪਨਾ ਤੋਂ ਬਾਹਰ ਸੀ ਕਿ ਅਦਾਲਤ ਹੁਣ ਐਸਆਈਆਰ ਨੂੰ ਅਸੰਵਿਧਾਨਕ ਐਲਾਨ ਕਰ ਦੇਵੇ ਤੇ ਉਸ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਰੱਦ ਕਰ ਦੇਵੇ। ਫॉर द मीडिया 5 ਦੀ ਖਾਸ ਰਿਪੋਰਟ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ।